ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵੇਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁਖ। ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਬੋਲੋ ਜੀ ਸਾਰੇ। ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ। ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ। ਤਨ ਮਨ ਥੀਵੈ ਹਰਿਆ। ਜਬ ਲੋ ਨਹੀਂ ਪਾਗਲ ਲਾਰੇ ਉਦੈ ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ। कल घोर समुंदर में बूढ़त थे कब हूँ मिट है नहीं रे पछतायो। तत विचारे है मथुरा जग तारण को अवतार बनायो। जप्यो जिन अर्जन देव गुरु फिर संकट जोन गर्भ न आयो। जप्यो जिन अर्जन देव गुरु फिर संकट जोन गर्भ न आयो। जुगो जुग अटल दसां ही गुरुआं दी आत्मक जोत चबर छतर तखत दे मालक सोहणे सुंदर तख्तां ते प्रकाशमान सतगुरु धन 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 श्री गुरु ग्रंथ साहिब जी महाराज। एक बारी सारे आखो जी धन 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 श्री गुरु ग्रंथ साहिब जी महाराज।
तिन्हां दी पावन पवित्र गोद विच ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੌਨ ਗਰਭ ਨਹੀਂ ਆਇਓ। ਅੱਜ ਸ਼ਹੀਦਾਂ ਦੇ ਸ਼੍ਰੋਮਣੀ ਸ਼ਹੀਦ, ਸ਼ਹੀਦਾਂ ਦੇ ਸਿਰਤਾਜ, ਇਸ ਭਾਰਤ ਵਰਸ਼ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਸਾਕੇ ਦਾ ਦਿਹਾੜਾ ਹੈ। ਆਪ ਸੰਗਤਾਂ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਸਰਵਣ ਕਰ ਰਹੇ। ਅੰਮ੍ਰਿਤ ਵੇਲੇ ਤੋਂ ਨੌਵੇਂ ਮਹੱਲੇ ਦੇ ਸ਼ਲੋਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ਬਦ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ। ਆਓ ਜਿੰਨਾ ਸਮਾਂ ਹੋਰ ਆਪਣੇ ਕੋਲ ਬਚਿਆ ਓਨੇ ਸਮੇਂ ਦਾ ਆਪਾਂ ਲਾਹਾ ਲਈਏ, ਗੁਰੂ ਇਤਿਹਾਸ ਤੋਂ ਜਾਣੂ ਹੋਈਏ। ਉਂਝ ਤੇ ਬਹੁਤ ਸਾਰੇ ਸਿੱਖਾਂ ਨੂੰ ਇਸ ਇਤਿਹਾਸ ਦਾ ਪਤਾ ਹੈ, ਪਰ ਫਿਰ ਵੀ ਕੁਝ ਜਾਣਕਾਰੀਆਂ ਜ਼ਰੂਰੀ ਹੁੰਦੀਆਂ ਨੇ ਜੋ ਆਪਾਂ ਨੂੰ ਸੰਗਤ ਵਿੱਚ ਪ੍ਰਾਪਤ ਹੋ ਜਾਣੀਆਂ ਚਾਹੀਦੀਆਂ ਨੇ। ਜ਼ਰੂਰੀ ਨੇ ਕਿ ਸੰਗਤ ਵਿੱਚ ਬੈਠੀਏ ਤੇ ਸਰਵਣ ਕਰੀਏ, ਭਾਵੇਂ ਪਤਾ ਹੀ ਹੋਵੇ, ਫਿਰ ਵੀ ਦੁਹਰਾਈਏ ਉਹਨਾਂ ਗੱਲਾਂ ਨੂੰ, ਤਾਂ ਕਿ ਸਾਡੇ ਅੰਦਰ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਹੋ ਜਾਵੇ, ਸਤਿਕਾਰ ਪੈਦਾ ਹੋ ਜਾਵੇ। ਆਓ ਇੱਕ ਵਾਰੀ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਯਾਤਰਾ ਗੋਇੰਦਵਾਲ ਸਾਹਿਬ ਤੋਂ ਸ਼ੁਰੂ ਕਰਦੇ ਹਾਂ। ਲਾਹੌਰ ਚੱਲੀਏ। ਪਹਿਲਾਂ ਲਾਹੌਰ ਹਰੀਦਾਸ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਇੱਕ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਜੇਠਾ ਰੱਖਿਆ ਗਿਆ। ਜੇਠਾ ਹਾਲੇ ਛੋਟਾ ਹੀ ਸੀ ਕਿ ਮਾਤਾ ਚੜ੍ਹਾਈ ਕਰ ਗਈ, ਔਰ ਜਦੋਂ 6 ਸਾਲ ਦੇ ਹੋਏ ਪਿਤਾ ਵੀ ਚੜ੍ਹਾਈ ਕਰ ਗਿਆ। ਅਨਾਥ ਹੋ ਗਏ ਭਾਈ ਜੇਠਾ ਜੀ, ਜੋ ਬਾਅਦ ਵਿੱਚ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਬਣੇ। ਅਨਾਥ ਹੋ ਗਏ ਨੇ। ਨਾਨੀ ਇਹਨਾਂ ਨੂੰ ਬਾਸਰ ਕੇ ਲੈ ਆਈ, ਬਾਸਰ ਕੇ ਤੋਂ ਗੋਇੰਦਵਾਲ ਲੈ ਆਏ। ਸਾਧ ਸੰਗਤ ਥੋੜੀ ਜੀ ਦੇਰ, ਕੁਝ ਦਿਨ, ਸ਼ਾਇਦ ਕੁਝ ਮਹੀਨੇ ਵੀ ਲਿਖੇ ਨੇ, ਇਹ ਲਾਹੌਰ ਤੇ ਰਹੇ ਨਾਨੀ ਦੇ ਨਾਲ। ਤੇ ਰਾਤ ਨੂੰ ਸੁੱਤਿਆਂ ਪਿਆਂ ਨਾਨੀ ਨੂੰ 6 ਸਾਲ ਦੇ ਜੇਠੇ ਨੇ ਆਖਿਆ, ਨਾਨੀ ਮਾਂ ਵੀ ਚੜ੍ਹਾਈ ਕਰ ਗਈ, ਪਿਤਾ ਵੀ ਚਲਾਣਾ ਕਰ ਗਿਆ, ਹੁਣ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ, ਮੇਰਾ ਗੁਜ਼ਰ ਬਸਰ ਕਿਵੇਂ ਹੋਵੇਗਾ। ਨਾਨੀ ਨੇ ਆਖਿਆ, ਪੁੱਤਰਾ ਘਬਰਾ ਨਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿਨ ਦੇ ਤੋਟ ਨ ਆਵਈ, ਅਗਣਤ ਭਰੇ ਭੰਡਾਰ। ਉਹ ਦੇਵੇਗਾ, ਸਭ ਨੂੰ ਦਿੰਦਾ। ਚੱਲ ਮੈਂ ਇੰਜ ਕਰਿਆ ਕਰਾਂਗੀ, ਘੁੰਗਣੀਆਂ ਬਣਾ ਕੇ ਸਵੇਰੇ ਪ੍ਰਾਂਤ ਭਰ ਕੇ ਤੈਨੂੰ ਦੇ ਦਿਆ ਕਰਾਂਗੀ। ਤੂੰ ਰਾਵੀ ਦੇ ਕਿਨਾਰੇ ਬੈਠ ਕੇ ਪੱਤਣ ਤੇ ਜਿੱਥੋਂ ਸੰਗਤਾਂ ਨਿਕਲਦੀਆਂ ਨੇ, ਉੱਥੇ ਜਾ ਕੇ ਘੁੰਗਣੀਆਂ ਵੇਚ ਆਈ, ਉਬਲੇ ਹੋਏ ਛੋਲੇ। ਜੇਠੇ ਨੂੰ ਗੱਲ ਪਸੰਦ ਆ ਗਈ। ਨਾਨੀ ਨੇ ਸਵੇਰੇ ਘੁੰਗਣੀਆਂ ਬਣਾਈਆਂ, ਛੋਟੀ ਪ੍ਰਾਂਤ ਭਰੀ, ਜੇਠੇ ਦੇ ਸਿਰ ਤੇ ਰੱਖ ਦਿੱਤੀ, ਢੱਕ ਕੇ ਆਖਿਆ, ਪੁੱਤਰ ਪੈਸਾ 2 ਪੈਸੇ ਲੈ ਲੈਣੇ ਤੇ ਘੁੰਗਣੀਆਂ ਦੇ ਦੇਣੀਆਂ, ਬੁੱਕ ਭਰ ਕੇ ਦੇ ਦੇਣੀਆਂ।
ਕਿੱਡਾ ਕੁ ਬੁੱਕ ਹੋਣਾ 6 ਸਾਲ ਦੀ ਉਮਰ ਵਿੱਚ ਜੇਠੇ ਦਾ। ਕਿਸੇ ਨੂੰ ਇੱਕ ਬੁੱਕ, ਕਿਸੇ ਨੂੰ 2 ਦੇਣੇ, ਰਜਾ ਕੇ ਤੋਰ ਦੇਣਾ। ਨਾਨੀ ਨੇ ਸਿੱਖਿਆ ਦਿੱਤੀ। ਭਾਈ ਜੇਠਾ ਘੁੰਗਣੀਆਂ ਲੈ ਕੇ ਰਾਵੀ ਦੇ ਕਿਨਾਰੇ ਆ ਕੇ ਬੈਠ ਗਿਆ। ਉਸ ਕੁਦਰਤ ਨੇ ਬਹੁਤਾ ਲੰਮਾ ਸਮਾਂ ਨਹੀਂ ਸੀ ਬਿਠਾਉਣਾ। ਹਰ ਰੋਜ਼ ਘੁੰਗਣੀਆਂ ਵੇਚਦੇ ਨੇ, ਪੈਸੇ ਲੈ ਕੇ ਘਰ ਚਲੇ ਜਾਂਦੇ ਨੇ। ਕਦੇ 5, ਕਦੇ 2, ਕਦੇ ਆਨਾ ਵਟ ਲਿਆ। ਗੁਜ਼ਾਰਾ ਹੋਣ ਲੱਗਿਆ ਤੇ ਇੱਕ ਦਿਨ ਉਹ ਸਮਾਂ ਆ ਗਿਆ ਜਦੋਂ ਤਕਦੀਰ ਖੁੱਲਦੀ ਹੈ। ਉਹ ਸਮਾਂ ਆ ਗਿਆ। ਸਾਧੂ 3 ਆਏ, ਨੇੜੇ ਆ ਕੇ ਆਖਿਆ, ਭਾਈ ਘੁੰਗਣੀਆਂ ਵੇਚ ਰਿਹਾ? ਜੇਠੇ ਨੇ ਆਖਿਆ, ਹਾਂਜੀ। ਸਾਧੂ ਆਖਿਆ, ਸਾਡੇ ਕੋਲ ਪੈਸਾ ਕੋਈ ਨਹੀਂ, ਭੁੱਖ ਬੜੀ ਲੱਗੀ ਹੈ। 2 ਦਿਨ ਹੋ ਗਏ ਅਸੀਂ ਕੁਝ ਖਾਧਾ ਨਹੀਂ। ਤੇ ਜੇਠੇ ਨੇ ਕਿਹਾ, ਕੋਈ ਗੱਲ ਨਹੀਂ, ਤੁਸੀਂ ਰੱਜ ਕੇ ਘੁੰਗਣੀਆਂ ਛਕੋ। ਉਹਨਾਂ ਆਖਿਆ, ਸਾਡੇ ਕੋਲ ਪੈਸਾ ਕੋਈ ਨਹੀਂ। ਜੇਠੇ ਨੇ ਆਖਿਆ, ਮੈਂ ਪੈਸਾ ਮੰਗਿਆ ਹੀ ਕੋਈ ਨਹੀਂ, ਤੁਸੀਂ ਖਾਓ ਤੇ ਤ੍ਰਿਪਤ ਹੋ ਜਾਓ। ਉਹਨਾਂ ਘੁੰਗਣੀਆਂ ਛਕੀਆਂ, ਛੋਲਿਆਂ ਦਾ ਪ੍ਰਸ਼ਾਦ ਛਕਿਆ, ਰਾਵੀ ਤੋਂ ਜਲ ਪੀਤਾ, ਤ੍ਰਿਪਤ ਹੋ ਗਏ। ਤੇ ਫੇਰ ਤੀਸਰੀ ਵਾਰ ਆਖਿਆ, ਭਾਈ ਸਾਡੇ ਕੋਲ ਪੈਸਾ ਕੋਈ ਨਹੀਂ ਦੇਣ ਵਾਸਤੇ। ਜੇਠੇ ਨੇ ਆਖਿਆ, ਤੁਹਾਡੇ ਕੋਲ ਇੱਕ ਬਹੁਤ ਵੱਡੀ ਬਖਸ਼ਿਸ਼ ਹੈ, ਕਿਰਪਾ ਕਰਕੇ ਉਹ ਦੇ ਦਿਓ। ਆਖਿਆ, ਪੈਸਿਆਂ ਤੋਂ ਵੱਡੀ ਕਿਹੜੀ ਚੀਜ਼ ਹੈ? ਜੇਠੇ ਆਖਿਆ, ਇਹ ਸੰਤ ਜਨੋ, ਤੁਹਾਡੇ ਕੋਲ ਅਸ਼ੀਰਵਾਦ ਹੈ, ਕਰੋ ਕਿਰਪਾ, ਮੈਨੂੰ ਅਸੀਸ ਦੇ ਦਿਓ, ਕੋਈ ਸ਼ੁਭ ਅਸੀਸ ਦਿਓ ਤਾਂ ਕਿ ਮੇਰਾ ਕਲਿਆਣ ਹੋ ਜਾਵੇ। ਕੁਝ ਘੜੀਆਂ ਬੈਠੇ ਨੇਤਰ ਬੰਦ ਕਰਕੇ ਭਾਈ ਜੇਠੇ ਵੱਲ ਤੱਕਿਆ। ਪਤਾ ਲੱਗਿਆ ਕਿ ਆਉਣ ਵਾਲੇ ਛਤਰ ਜਿਹੜਾ ਇਹਨਾਂ ਦੇ ਸਿਰ ਤੇ ਝੁਲਣਾ। ਆਖਿਆ, ਜੇਠੇ ਅੱਜ ਤੂੰ ਸਾਡੇ 3 ਦਾ ਪੇਟ ਭਰਿਆ, ਅੱਜ ਤੂੰ ਸਾਡੇ 3 ਦਾ ਪੇਟ ਭਰਿਆ। ਇੱਕ ਦਿਨ ਐਸਾ ਆਵੇਗਾ ਤੇਰੇ ਦਰ ਤੋਂ ਲੱਖਾਂ ਲੋਕਾਂ ਦਾ ਪੇਟ ਭਰੇਗਾ, ਹਜ਼ਾਰਾਂ ਲੋਕਾਂ ਦਾ ਪੇਟ ਭਰੇਗਾ। ਸੰਗਤਾਂ ਤੇਰੇ ਦਰ ਤੇ ਪੇਟ ਭਰ ਕੇ ਜਾਇਆ ਕਰਨਗੀਆਂ। ਅਸ਼ੀਰਵਾਦ ਮਿਲਿਆ। ਨਾਨੀ ਲੈ ਕੇ ਬਾਸਰਕੇ ਆ ਗਈ। ਬਾਸਰਕੇ ਤੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਏ। ਇੱਕ ਵਾਰੀ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। 11 ਸਾਲ ਲਗਭਗ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਬੌਲੀ ਦੀ ਟੋਕਰੀ ਵੀ ਢੋਈ, ਘਰ ਦੇ ਹੋਰ ਕੰਮ ਵੀ ਕੀਤੇ। ਫਿਰ ਇਮਤਿਹਾਨ ਪਿਆ। ਉਸ ਇਮਤਿਹਾਨ ਵਿੱਚੋਂ ਭਾਈ ਜੇਠਾ ਪਾਸ ਹੋਏ ਔਰ ਬੀਬੀ ਭਾਨੀ ਦੇ ਨਾਲ ਭਾਈ ਜੇਠਾ ਜੀ ਦਾ ਵਿਵਾਹ ਹੋ ਗਿਆ। ਔਰ ਫਿਰ ਉਹ ਸਮਾਂ ਆਇਆ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠੇ ਨੂੰ ਆਪਣੀ ਗੱਦੀ ਤੇ ਬਿਠਾ 5 ਪੈਸੇ ਨਰੇਲ ਮੱਥਾ ਟੇਕ ਦਿੱਤਾ ਅਤੇ ਗੁਰਿਆਈ ਭਾਈ ਜੇਠਾ ਜੀ ਨੂੰ ਦੇ ਕੇ ਗੁਰੂ ਰਾਮਦਾਸ ਪਾਤਸ਼ਾਹ ਬਣਾ ਦਿੱਤਾ। ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਟਿਕ ਦਿੱਤੇ ਗਏ, ਗੁਰਗੱਦੀ ਤੇ ਬਿਰਾਜਮਾਨ ਹੋ ਗਏ। ਸਮਾਂ ਬੀਤਿਆ। ਸਮੇਂ ਦੇ ਨਾਲ 1557 ਦੇ ਵਿੱਚ ਇਹਨਾਂ ਦੇ ਘਰ ਪਹਿਲੇ ਪੁੱਤਰ ਪ੍ਰਿਥੀ ਚੰਦ ਨੇ ਜਨਮ ਲਿਆ। ਪ੍ਰਿਥੀ ਚੰਦ ਨੇ ਜਨਮ ਲਿਆ 57 ਵਿੱਚ। ਫਿਰ 1560 ਵਿੱਚ ਮਹਾਦੇਵ ਜੀ ਦਾ ਜਨਮ ਹੋਇਆ ਔਰ 1563 ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਅਵਤਾਰ ਹੋਇਆ। ਬੀਬੀ ਭਾਨੀ ਤੇ ਗੁਰੂ ਰਾਮਦਾਸ ਜੀ ਦੇ ਘਰ, ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੇ ਘਰ ਇਹਨਾਂ ਦਾ ਅਵਤਾਰ ਹੋਇਆ। ਬਚਪਨ ਬੀਤਿਆ। ਈਰਖਾ ਬਚਪਨ ਤੋਂ ਹੀ ਸ਼ੁਰੂ ਹੋ ਗਈ। ਸਾਧ ਸੰਗਤ, ਜਿਨ੍ਹਾਂ ਦੇ ਅੰਦਰ ਈਰਖਾ ਹੈ ਨਾ,
इस गल नूं समझ लियो कि ईरखा अज दी नहीं है भी अज जागी है ना, ये बचपन दी अंदर भरी हुई सी, पहलां तो ही भरी हुई सी। और पृथ्वी चंद नूं तां लालच ये सी कि माया मिल जावे, मसंद मेरे नाल हो जाण ते फिर किसे गल दी कमी नहीं है, फिर गद्दी दा वारस मैं ही हां, क्योंकि मैं वड्डा। महादेव अवधूत सी, भाव उन्हां नूं कोई फर्क नहीं पैंदा गुरगद्दी मिले ना मिले, मैं दुनिया विच विचरा ना विचरा, उन्हां दा कोई रिश्तेदारी नाल साक संबंधियां नाल कोई मतलब नहीं महादेव जी दा। और उत्थे आ जाइए क्योंकि समा अपनी चाल चली जा रहा है। आइए गुरु रामदास जी दे घर लाहौर तो सिहारी मल जी आए, आके बेनती कीती, सच्चे पातशाह तुहाडा बचपन लाहौर विच बीतिया, लाहौर वालियां ने तुहाडी संभाल ना कीती, इस गल दा बड़ा पछतावा है सारियां नूं। अज मैं तुहाडे चरनां विच बेनती करन आया, करो किरपा, तुसी मेरी बेटी दा ब्याह, लड़के दा ब्याह है, किरपा करके चलो। सतगुर पातशाह कहंदे ना, मैं नहीं जा सकदा, क्योंकि जे असी चले गए बरात दे नाल बहुत सारी संगत आ जाएगी, लड़की वालियां ते बोझ बनेगा, इसलिए असी नहीं जा सकते। उन्हें बेनती की, फिर परिवार विचों किसी नूं भेज दिओ। सतगुरां ने अपने वड्डे पुत्र पिरथी चंद नूं आख्या, पिरथिया तू चलिया जा सिहारी मल जी दे नाल ते विआह देखिया। आख्या सतगुरु तुसी तां घुंगणियां बेच के गुजारा कर लिया, थोड़े पैसिਆਂ विच सार लिया, पर पिता जी हुण तां ਲੱਖਾਂ रुपया दा लैण देण है, किन्ना कारोबार चल रहा है, पैसे की संभाल करनी है, होर आए गए नूं संभालना है, मसंदा तो पैसे लेने ने, ये सब कुछ मेरे जुम्मे है, मैं करना है, इसलिए मैं नहीं जा सकता। बस सतगुरां ने उसे वेले समझ लिया कि ये पुत्र मेरे कहने विच नहीं, पुत्री कौल ना पालिया, पुत्रां ने कौल नहीं पालिया। सतगुरां नाल झगड़ा भी किया। पिरथी चंद ने सतगुर पातशाह कहंदे कोई गल नहीं महादेव तुसी चले जाओ। उन्हें आख्या पिता जी मेरा दुनिया ना कोई रिश्ता नाता ही नहीं है, मैं ते बंदगी करनी है, मेरा कोई रिश्ता नहीं है। सतगुरां ने तीसरे वार गुरु अर्जन देव पातशाह, आपां गुरु शब्द नाल ला के वरतांगे, गुरु अर्जन देव पातशाह जी वल तकिया, आख्या पुत्र जी तुसी जाओ लाहौर। सतगुरां ने हाथ जोड़े, आख्या पिता जी ये तां खुशी दा मौका है, ये खुशी दा मौका है, मैं आप जी दा बचन कमावांगा, मैं जरूर जावांगा, ये तां खुशी दा मौका है, जे किते भीड़ भी पै जावे, औखा समा भी होवे, मैं फिर भी तुहाडा हुक्म मनावांगा, जे किते सिर देना पै जावे लाहौर जाके मैं वो भी दे देवांगा। सतगुर निहाल होए, आख्या पुत्र तू चलिया जा सिहारी मल जी दे नाल, पर एक गल याद रखी जदों बुलाइए उदों आउणा, बचन कर दिता, बिना बुलाया तो आउणा कोई नहीं। इतिहास लिखदा है कि कई महीने बीत गए, कई महीने बीत गए, कोई स्नेहा नहीं आया। गुरु अर्जन देव पातशाह ने साध संगत इतिहास जिहड़ा पुराना चकीए ना उहदे विच चिट्ठियां दा जिक्र आउंदा है, पर अज दे इतिहासकार जिहड़े प्रचारक ने नहीं मनदे, कोई गल नहीं है। पर चिट्ठी लिखी सतगुरां ने पहली, गुरु अर्जन देव पातशाह ने, मेरा मन लोचै गुर दर्शन ताई, बिलप करे चात्रिक की न्याई, त्रिखा न उतरे शांत न आवे, बिन देखे गुर दरबारे जियो।
सतगुरु जी गुर दरबार देखिया बिना, गुरु दे दीदार कीतिया बिना मेरा मन नहीं लगदा। मेरा मन बेवल है चातरिक बबीहे दे वांग, जिद्दां बबीहा कुरलाउंदा मैं भी तड़प रहा। किरपा करो मैनू दर्शन दीदार बख्शो। एक बंदे नू चिट्ठी दे के भेजिया ते चिट्ठी लैके गोइंदवाल साहब आए ते इत्थे ਅੰਮ੍ਰਿਤਸਰ ਸਾਹਿਬ ਇੱਥੇ ਆਏ ਤੇ चिट्ठी भाई ਪਿਰਥੀ ਚੰਦ ने पकड़ ਲਈ। गुरु रामदास पातशाह तक चिट्ठी नहीं पहुंची, उन्हें लको लई और जवाब भी दिता चिट्ठी दा, कागज दे पुरजे ते लिख के दिता, पुत्रा गुरु रामदास पातशाह दी तेरे ते मेहर है, जदों बुलावांगे उदों आ जाई। ये पुरजा लिख के वापस कर दिता। सतगुर पातशाह फिर रुक गए, फिर दूजी चिट्ठी भेजी, वो भी लको लई, फिर तीजी चिट्ठी भेजी, आख्या ये चिट्ठी मेरे पिता गुरु जी नू देनी, गुरु रामदास पातशाह नू चिट्ठी पकड़ाउणी। वो आया, जो चिट्ठी सुनेहा लेके आया, उन्हें आके गुरु रामदास पातशाह दे चरनां विच चिट्ठी रख दिती और चिट्ठी पढ़ी गई। ओदे ते अंक पिया सी 3 ते सतगुर पातशाह कहंदे तो पहलां वालियां चिट्ठियां देण वाले ने आख्या, सतगुरु जी मैं 2 चिट्ठियां पिरथी चंद नू दित्तियां, पिरथी चंद नू बुलाया गया, वो साफ साफ मुकर गया, मेरे कोल चिट्ठियां नहीं आईयां। चलो आपां लंबा नहीं खिंचना बचन नू, चिट्ठियां ओदे कमीज दी जेब विचों प्राप्त भी हो गईयां। बाबा बुड्ढा जी नू भेजिया गया लाहौर, गुरु अर्जन देव पातशाह जी नू लै आंदा। आ गए गुरु अर्जन देव पातशाह दे आउण तो बाद जिहड़ी ईरखा सी, भट्ठी सी, ईरखा दी थोड़ी होर तेज हो गई, होर तेज हो गई। साध संगत गुरु अर्जन देव पातशाह जी दे नाल गुरु रामदास पातशाह गोइंदवाल साहब आ गए। हुण समा आ गया गुरियाई दा। ਆਪਾਂ थोड़ा थोड़ा ਚੱਲੀਏ ਤਾਂ ਕਿ ਇਤਿਹਾਸ ਪੂਰਾ ਹੋ ਜਾਵੇ, ਜਿੰਨਾ ਕੁ ਕਰ ਸਕਦੇ ਆ ਮਤ ਬੁੱਧ ਅਨੁਸਾਰ। ਇਹਨੂੰ ਸੰਪੂਰਨ ਵੀ ਨਾ ਸਮਝਿਓ, ਇਹਨੂੰ ਇਹ ਵੀ ਨਾ ਸਮਝਿਓ ਕਿ ਬਹੁਤ ਵਧੀਆ, ਵਧੀਆ ਤੋਂ ਵਧੀਆ ਸੁਣਾਉਣ ਵਾਲੇ ਬਹੁਤ ਨੇ ਸਾਧ ਸੰਗਤ। ਆਪਾਂ ਤਾਂ ਇੱਕ ਸਮੇਂ ਦੇ ਅਧੀਨ ਰਹਿ ਕੇ ਜਿੰਨੇ ਕੁ ਗੁਰਮਤ ਮਿਲਦੀ ਹੈ ਉਨੀ ਕੁ ਆਪਾਂ ਨੇ ਸੁਣਾ ਤੇ ਸੁਣ ਲੈਣੀ ਹੈ। गोइंदवाल साहब आ गए, कुछ दिने रुके ने। गुरु रामदास पातशाह ने देख लिया कि हुण समा आ गया ते गुरगद्दी गुरु अर्जन देव पातशाह नूं दिती गई, भाव जोत विराजमान कर दी गई। और गुरु रामदास पातशाह अकाल चलाना कर गए, सचखंड प्याना कर गए। साध संगत 10वें दिन भोग दी रस्म हुई, सारे इकत्रता हुई। पिरथी चंद इस गल ते लड़िया कि गुरगद्दी वाली पग मैनू बन्नी जावे, पर बाबा बुड्ढा जी ने गुरगद्दी वाली जिहड़ी दस्तार सी गुरु अर्जन देव पातशाह नूं बन दिती। कवि संतोख सिंह जी इस घटना नूं बहुत वधिया बयान करते ने। कहंदे गुरियाई दी पग अर्जन बद्धी और वड्डे पिता पुरखी दी पग पिरथीए बद्धी, पर पिरथी चंद नूं माफक नहीं आया। पिरथी चंद ने दस्तार खो लई, संगत दे भरी संगत दे विच दस्तार खो लई। गुरु अर्जन देव पातशाह बिल्कुल शांत बैठे रहे, कुछ नहीं आख्या। आख्या बाबा जी कोई गल नहीं, इन्हां नूं दस्तार लै लैण दिओ। साध संगत सतगुर पातशाह अमृतसर साहब आ गए ने। हुण पिरथी चंद दी जिहड़ी ईरख है वो सिरे ते पहुंचण लगी है। घर विच गल्लां हो रहीआं ने, समा बीतदा जा रहा है। गुरु घर दा जो लंगर सी वह मस्ताना हो गया। क्यों जी? क्योंकि पिरथी चंद ने नाकेबंदी करती अमृतसर दे आले दुआले। जिहड़ी संगत आउंदी सी उन्हां नूं अपने कोल बुला लेना, भेटावां अपने कोल रख लेणियां, माया अपने कोल रख लेनी ते लंगर छकण वास्ते गुरु अर्जन देव पातशाह दे महलां विच भेज देना।
ਕਿੰਨੇ ਕੁ ਦਿਨ ਲੰਗਰ ਚੱਲਣਾ ਸਾਧ ਸੰਗਤ, ਜਦੋਂ ਆਉਣਾ ਕੁਛ ਨਹੀਂ, ਸਿਰਫ ਲੱਗਣਾ ਹੀ ਲੱਗਣਾ। ਇੱਕ ਦਿਨ ਉਹ ਆ ਗਿਆ ਬਾਬਾ ਬੁੱਢਾ ਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੱਲੇ ਭੁੱਜੇ ਹੋਏ ਛੋਲੇ ਖਾ ਕੇ ਸੌਣ ਲੱਗ ਪਏ। ਸੰਗਤ ਵਿੱਚ ਛੋਲੇ ਹੀ ਵਰਤਣ ਲੱਗੇ ਭੁੱਜੇ ਹੋਏ। ਫੇਰ ਭਾਈ ਗੁਰਦਾਸ ਜੀ ਪ੍ਰਚਾਰ ਤੋਂ ਬਨਾਰਸ ਤੋਂ ਵਾਪਸ ਆਏ, ਦੇਖਿਆ ਲੰਗਰ ਦਾ ਹਾਲ, ਆ ਕੇ ਪ੍ਰਸ਼ਾਦਾ ਮੰਗਿਆ ਭਾਨੀ ਜੀ ਕੋਲੋਂ। ਰਿਸ਼ਤੇ ਵਿੱਚ ਭੈਣ ਲੱਗਦੇ ਸੀ, ਮਾਮਾ ਜੀ ਸੀ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ। ਕਹਿੰਦੇ ਭੈਣ ਪ੍ਰਸ਼ਾਦਾ। ਉਹਨੇ ਆਖਿਆ ਵੀਰ ਜੀ ਆ ਇੱਕ ਪ੍ਰਸ਼ਾਦਾ ਸੁੱਕਾ ਹੈ, ਜੇ ਤੁਸੀਂ ਖਾ ਸਕਦੇ ਹੋ ਤਾਂ ਖਾ ਲਓ। ਅੱਖਾਂ ਵਿੱਚ ਜਲ ਆ ਗਿਆ ਭਾਈ ਗੁਰਦਾਸ ਜੀ ਦੇ। ਆਖਿਆ ਇਹ ਹਾਲਤ ਕਦੇ ਹੋਈ ਨਹੀਂ। ਗੁਰੂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਵੇਲੇ ਖੀਰ ਵਿੱਚ ਵੀ ਦੇਸੀ ਘਿਓ ਪਾ ਕੇ ਦਿੱਤਾ ਜਾਂਦਾ ਸੀ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤੇ ਕੁਝ ਸਿੱਖਾਂ ਨੇ ਕਮਰ ਕਸਾ ਕਰ ਲਿਆ। ਸੰਗਤਾਂ ਨੂੰ ਪ੍ਰੇਰ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਉਣ ਲੱਗੇ, ਲੈ ਕੇ ਆਉਣ ਲੱਗੇ। ਹੌਲੀ 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 ਪ੍ਰਿਥੀ ਚੰਦ ਨੂੰ ਸਾਧ ਸੰਗਤ ਹੁਣ ਇਹ ਗੱਲ ਮਾਫਕ ਨਹੀਂ ਆ ਰਹੀ, ਇਹ ਗੱਲ ਮਾਫਕ ਨਹੀਂ ਆ ਰਹੀ। ਸਤਿਗੁਰਾਂ ਦੀ ਚੜ੍ਹਦੀ ਕਲਾ। ਹੁਣ ਸਹਿਨਸ਼ੀਲਤਾ, ਆਪਾਂ ਇੱਥੇ ਆਉਣਾ ਕਿ ਸਹਿਨਸ਼ੀਲਤਾ ਕੀ ਹੈ ਤੇ ਕਿੱਦਾਂ ਹੁੰਦੀ ਹੈ। ਸਤਿਗੁਰਾਂ ਨੇ ਸਾਨੂੰ ਇੰਨਾ ਹੀ ਸਿਖਾਇਆ, ਸਹਿਨਸ਼ੀਲਤਾ। ਸਤਿਗੁਰ ਪਾਤਸ਼ਾਹ ਰੋਜ਼ ਜਾਂਦੇ ਨੇ ਘਰੋਂ ਸ਼ਾਮ ਨੂੰ ਸੈਰ ਕਰਨ ਵਾਸਤੇ, ਤੇ ਬੀਬੀ ਕਰਮੋ ਆਪਣੇ ਚੁਬਾਰੇ ਤੇ ਕੋਠੇ ਤੇ ਖੜ ਜਾਂਦੀ ਹੈ ਕੂੜੇ ਦੀ ਬਾਲਟੀ ਲੈ ਕੇ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨਿਕਲਦੇ ਨੇ ਸਿੱਖਾਂ ਦੇ ਨਾਲ, ਬੀਬੀ ਕਰਮੋ ਕੂੜਾ ਸਾਰੇ ਦਾ ਸਾਰਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸੀਸ ਤੇ ਸਿੱਟ ਦਿੰਦੀ ਹੈ। ਇਹ ਰੋਜ਼ ਦਾ ਕੰਮ ਹੋ ਗਿਆ। ਸਿੱਖਾਂ ਆਖਿਆ ਸਤਿਗੁਰੂ ਜੀ ਇਹਨੂੰ ਸਮਝਾਈਏ, ਕੁਝ ਕਹੀਏ। ਸਤਿਗੁਰ ਪਾਤਸ਼ਾਹ ਕਹਿੰਦੇ ਨਾ, ਜੋ ਕਰਤਾਰ ਕਰ ਰਿਹਾ ਠੀਕ ਕਰ ਰਿਹਾ, ਉਹਦੇ ਭਾਣੇ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ। ਦੇਖੋ ਤਤੀ ਤਵੀ ਤੇ ਬਹਿ ਕੇ ਜੋ ਬਚਨ ਕੀਤਾ ਉਹਨੂੰ ਇੱਥੇ ਲੈ ਆਓ, ਆਪਾਂ ਫਿਰ ਇਹਨੂੰ ਨਾਲ ਨਾਲ ਲੈ ਕੇ ਚੱਲਦੇ ਆ। ਤੇਰਾ ਕੀਆ ਮੀਠਾ ਲਾਗੇ, ਤੇਰਾ ਕੀਆ ਮੀਠਾ ਲਾਗੇ, ਤੇਰਾ ਕੀਆ ਮੀਠਾ ਲਾਗੇ। ਬੋਲੋ ਜੀ। ਤੇਰਾ ਕੀਆ ਮੀਠਾ ਲਾਗੇ। ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕੂੜਾ ਸਿਰ ਵਿੱਚ ਪਾਇਆ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਤੇਰਾ ਕੀਆ ਮਿੱਠਾ ਮਿੱਠਾ ਲੱਗ। ਜੋ ਤੂੰ ਕਰ ਰਿਹਾ ਮੈਂ ਤੇਰੇ ਹੁਕਮ ਵਿੱਚ ਹੀ ਰਹਿਣਾ, ਤੇਰੇ ਭਾਣੇ ਵਿੱਚ ਰਹਿਣਾ। ਸਤਿਗੁਰ ਪਾਤਸ਼ਾਹ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ, ਮਨ ਚਿੰਦਿਆਂ ਸੋ ਫਲ ਪਾਏ ਸੀ। ਤਾਂ ਦਰਗੇ ਬੈਸਣ ਜਾਏ ਸੀ, ਪੈਂਦਾ ਜਾਏ ਸੀ। ਸਾਧ ਸੰਗਤ ਹੁਕਮ ਦੇ ਵਿੱਚ ਰਹੇ ਬਚਪਨ ਤੋਂ, ਭਾਣੇ ਦੇ ਵਿੱਚ ਰਹੇ ਬਚਪਨ ਤੋਂ, ਭਾਣੇ ਵਿੱਚ ਰਹੇ, ਪਿਤਾ ਦੇ ਹਰ ਹੁਕਮ ਨੂੰ ਮੰਨਿਆ, ਫਿਰ ਗੁਰਿਆਈ ਮਿਲੀ, ਫਿਰ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ। ਅੰਮ੍ਰਿਤਸਰ ਸਰੋਵਰ ਦਾ ਪੱਕਾ ਕਰਨਾ ਔਰ ਉਹਦੇ ਵਿੱਚ ਹਰਿਮੰਦਰ ਦੀ ਰਚਨਾ ਕਰਨੀ, ਇਹ ਕੰਮ ਸ਼ੁਰੂ ਹੋ ਗਿਆ। ਸਾਈਂ ਮੀਆਂ ਮੀਰ ਨੇ ਨੀਂਹ ਪੱਥਰ ਰੱਖੀ, ਹਰਮੰਦਰ ਦੀ ਉਸਾਰੀ ਹੋਈ। ਪ੍ਰਿਥੀ ਚੰਦ ਨੂੰ ਬਹੁਤ ਈਰਖਾ ਹੋਈ, ਉਹ ਆਪਣੇ ਸਹੁਰਿਆਂ ਦੇ ਪਿੰਡ ਹੇਰਾਂ ਚਲਿਆ ਗਿਆ। ਉੱਥੇ ਜਾ ਕੇ ਉਹਨੇ ਇੱਕ ਸਰੋਵਰ ਬਣਾ ਲਿਆ, ਉਹਦੇ ਵਿੱਚ ਹਰਮੰਦਰ ਦੀ ਨਕਲ ਕਰਕੇ ਇੱਕ ਹਰਮੰਦਰ ਵੀ ਬਣਾ ਲਿਆ। ਸਾਧ ਸੰਗਤ ਅੰਦਰੋਂ ਈਰਖਾ ਜਾਂਦੀ ਨਹੀਂ ਹੈ, ਫੇਰ ਈਰਖਾ ਹੋਰ ਵੱਧਦੀ ਹੈ, ਇੱਥੇ ਤੱਕ ਚਲੀ ਗਈ। ਤੇ ਕਰਮੋ ਤੇ ਪ੍ਰਿਥੀ ਚੰਦ ਆਪਸ ਵਿੱਚ ਗੱਲਾਂ ਕਰਦੇ ਨੇ।
कि अर्जन दे घर तां औलाद होनी कोई नहीं है, हाले तक तां होई नहीं, गाहां कोई चांस नहीं है, ते ये गद्दी वापस साडे पुत्र मेहरबान कोल आ जानी है। इधर गुरु अर्जन देव पातशाह ने सारी बाणी इकत्तर कीती। गुरु अमरदास पातशाह दे जेड़े बचन होए, दोता बाणी का बोह था। ये गुरु अमरदास पातशाह ने बचन कीते बचपन दे विच गोदी विच लैके आख्या, भानी ये मेरा दोता बाणी दा बोहता होवेगा। आख्या बीबी भानी ने, पिता जी मैं इनू पकड़दी बहुत हाँ, पर यह बच्चा चलाक बड़ा है, ये तुहाडे वल नूं भज्जिया आउंदा है, विहड़े विच खेडदा है। ते गुरु अमरदास पातशाह ने आख्या, भानी ये पुत्र चलाक नहीं, चलाक तेरा पिरथी है, ये नहीं चलाक, ये तां मेरा दोता बाणी दा बोहता, ये अपने सिर नाल धर्म दा दरवाजा खोलेगा, अपने सीस दे नाल धर्म दा दरवाजा खोलेगा। साध संगत मेणे बजने शुरू हो गए। ते आख्या, माता गंगा जी ने गुरु अर्जन देव पातशाह अगे बेनती की, सतगुरु तेरे दर तो तां कोई खाली नहीं जांदा, झोलियां भर के जांदे ने, ये गुरु नानक दा दरवाजा है, मैनू भी एक पुत्र दी दात बख्शो। सतगुरां ने सेवक नूं वडियाई दिती, सेवक नूं वडियाई दिती। आख्या, जाओ बीड़ बाबा बुढ़ा जी बीड़ विच रहिंदे ने, उन्हां दी सेवा टहल सेवा करो, वो अरदास करनगे ते जरूर पुत्र दी बख्शिश हो जावेगी। ये साखी आपां सारियां नूं पता है, किवें माता जी गए, किद्दां किद्दां होया। फिर माता जी पैदल गए, नंगे पैर गए, सिर ते छोटी मटकी लस्सी दी भर मक्खन लै, बिसियां रोटियां प्याज लेके गए। बाबा बुढ़ा जी ने छके ते नाल नाल आख्या, माता जी तुहाडे घर ऐसा पुत्र होवेगा, जिस तरह मैं इस प्याज दा सिर भन्निया, ਉਹ ਇਸੇ तरह हंकारियां दे ते जेड़े दुष्ट ने उन्हां दे सिर भन्नेगा, तुहाडे घर सूरवीर जोधा प्रगट होवेगा। एक बारी सारे आखो सतनाम श्री, फिर आखो सतनाम श्री, एक बारी पढ़ लो, हाजरी लग जाती है। जपियो जिन अर्जन देव गुरु, जपियो जिन अर्जन देव गुरु, जपियो जिन अर्जन देव गुरु, जपियो जिन अर्जन देव गुरु। फिर संकट जोन गर्भ द्वारा जम्मण मरण दे चक्कर विच नहीं पैंदा। जेड़ा गुरु गुरु जपे, जेड़ा वाहिगुरु सतनाम सतनाम वाहिगुरु वाहिगुरु जपे, वो गर्भ जोन विच नहीं पैंदा। एक थोड़ी जी क्लीयरेंस कर लीए। पंज प्यारे अमृत छका के शब्द दिंदे ने वाहिगुरु, केड़ा मिलदा है जी? वाहिगुरु। ये गुर मंत्र है, गुरु दा दिता होया मंत्र। इनू जपदियां जपदियां जप हौमै होई। दरअसल असी हौमै ही मारनी है, और कुछ नहीं है। हौमै मर गई ते सारा कुछ बन गया। जब तक हौमै नहीं बनती, उदों तक साडी हालत भी पिरथी वाली हुई है। की हालत है? मेथों बिना नहीं सरना, मेरे बिना काम नहीं होना, मेरे बिना धन नहीं इकट्ठा होना, मेरे बिना कारोबार नहीं चलना। यह हौमै दी निशानी है साध संगत। और इस दर ते हर जियो हंकार ना भावई, वेद कूक सुनावे। बोल बोल के ग्रंथ कह रहे ने कि परमात्मा दे दर ते हंकार नहीं पाउंदा। ते मेरे सतगुरां ने ते फैसला दे दिता, हंकारियां निंदकां पिठ दे। हंकारियां ते निंदकां वल मेरे गरीब नवाज पिठ कर लेंदे ने। वो कहंदे भी तेरा मत्था टेकिया भी प्रवान नहीं, जे तेरे अंदरों हंकार नहीं गया, जे तू निंदिया करदा फिर नहीं, फिर गल नहीं बननी।
ਸਾਧ ਸੰਗਤ ਸਮਾਂ ਪੈ ਗਿਆ ਔਰ ਸਮਾਂ ਬੀਤਿਆ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਪੁੱਤਰ ਦੀ ਆਸ ਬਣੀ। ਸਤਿਗੁਰੂ ਵਡਾਲੀ ਚਲੇ ਗਏ। ਪ੍ਰਿਥੀ ਚੰਦ ਦੀ ਈਰਖਾ ਨੂੰ ਦੇਖ ਕੇ ਵਡਾਲੀ ਚਲੇ ਗਏ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅਵਤਾਰ ਵਡਾਲੀ ਵਿਖੇ ਹੋਇਆ। ਇੱਧਰ ਪਤਾ ਲੱਗ ਗਿਆ ਪ੍ਰਿਥੀ ਚੰਦ ਨੂੰ। ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਦਾਈ ਨੂੰ ਆਖਿਆ, ਫੱਤੋ ਸੀ ਉਹਦਾ ਨਾਮ, ਆਖਿਆ ਦਾਈ ਜ਼ਹਿਰ ਲਾ ਆਪਣੇ ਦੁੱਧ ਨੂੰ ਤੇ ਜਾ ਕੇ ਹਰਗੋਬਿੰਦ ਸਾਹਿਬ ਨੂੰ ਪਿਲਾ ਦੀ। ਜੇ ਉਹ ਚਲਾਣਾ ਕਰ ਗਏ ਮੈਂ ਤੇਰਾ ਘਰ ਮਾਇਆ ਨਾਲ ਭਰ ਦੂੰਗਾ, ਤੈਨੇ 7 ਪੁਸ਼ਤਾਂ ਨੂੰ ਬਹਿ ਕੇ ਖਾ ਲੈਣ, ਇੰਨਾ ਧਨ ਦੇ ਦੂੰਗਾ। ਉਹਨੇ ਤੇਜ਼ ਜ਼ਹਿਰ ਆਪਣੀ ਛਾਤੀ ਨੂੰ ਲਾਇਆ, ਘਰੋਂ ਨਿਕਲੀ, ਉੱਥੇ ਤੱਕ ਪਹੁੰਚਦੀ ਮਹਿਲਾਂ ਤੱਕ ਪਹੁੰਚਦੀ ਉਹ ਜ਼ਹਿਰ ਰੋਮਾ ਰਸਤੇ ਉਹਦੀ ਛਾਤੀ ਦੇ ਅੰਦਰ ਚਲਿਆ ਗਿਆ ਤੇ ਤੜਪ ਕੇ ਪੂਰੀ ਹੋਈ। ਤੇ ਪੂਰੀ ਹੋਣ ਤੋਂ ਪਹਿਲਾਂ ਦੱਸ ਦਿੱਤਾ ਮੈਨੂੰ ਪ੍ਰਿਥੀ ਚੰਦ ਨੇ ਭੇਜਿਆ ਜ਼ਹਿਰ ਲਾਉਣ ਵਾਸਤੇ। ਫਿਰ ਦੂਜੀ ਘਟਨਾ ਈਰਖਾ ਦੀ ਇਹ ਹੈ ਕਿ ਫਿਰ ਸੱਪ ਸਪੇਰੇ ਨੂੰ ਦੇ ਕੇ ਭੇਜਿਆ ਵੀ ਡੰਗ ਮਰਵਾ ਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਿਹੜੇ ਵਿੱਚ ਰੁੜਦੇ ਨੇ। ਜਦੋਂ ਸੱਪ ਤੱਕਿਆ ਸਤਿਗੁਰਾਂ ਨੇ ਹੱਥ ਨਾਲ ਸਿਰੀ ਪਕੜ ਲਈ ਤੇ ਜ਼ਮੀਨ ਤੇ ਮਸਲ ਕੇ ਮਾਰ ਦਿੱਤਾ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਤੀਜੀ ਫੇਰ ਘਟਨਾ ਦਿੱਤੀ, ਜਿਹੜਾ ਪੰਡਤ ਖਡਾਵਾ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਨੂੰ ਖਡਾਉਂਦਾ ਸੀ, ਉਹਨੂੰ ਆਖਿਆ ਦਹੀਂ ਵਿੱਚ ਜ਼ਹਿਰ ਪਾ ਕੇ ਦੇ ਦੀ। ਦਹੀਂ ਵਿੱਚ ਜ਼ਹਿਰ ਪਾ ਕੇ ਉਹ ਲੈ ਆਇਆ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮਾਤਾ ਜੀ ਵੀ ਆ ਗਏ, ਗੁਰੂ ਅਰਜਨ ਦੇਵ ਪਾਤਸ਼ਾਹ ਆ ਗਏ। ਦਹੀਂ ਨਹੀਂ ਖਾਧਾ, ਉਹ ਦਹੀਂ ਕੁੱਤੇ ਨੂੰ ਪਾਇਆ ਤੇ ਕੁੱਤਾ ਪੂਰਾ ਹੋ ਗਿਆ। ਸਾਧ ਸੰਗਤ ਪ੍ਰਿਥੀ ਚੰਦ ਨੇ ਤਪਾਉਣ ਦਾ ਯਤਨ ਬੜਾ ਕੀਤਾ। ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਪਾਉਣ ਦਾ ਯਤਨ ਕੀਤਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ ਰਹੇ, ਤਪੇ ਕੋਈ ਨਹੀਂ। ਇੱਥੇ ਤਾਂ ਸੀ ਘਰ ਦੀ ਈਰਖਾ। ਫੇਰ ਆ ਜਾਓ ਸਿਆਸਤ ਦੀ ਈਰਖਾ, ਰਾਜ ਸਤਾ ਦੀ ਈਰਖਾ ਚੱਲਦੀ ਹੈ। ਕਾਰਨ ਨੇ ਕੁਝ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦੇ, ਔਰ ਪਹਿਲਾ ਕਾਰਨ ਘਰ ਤੋਂ ਹੀ ਆਰੰਭ ਹੋਇਆ, ਪ੍ਰਿਥੀ ਚੰਦ ਦੀ ਈਰਖਾ। ਪ੍ਰਿਥੀ ਚੰਦ ਨੇ ਪਹਿਲਾਂ ਸੁਲਭੀ ਖਾਂ ਨੂੰ ਬੁਲਾਇਆ। ਸੁਲਭੀ ਖਾਂ ਫੌਜ ਲੈ ਕੇ ਆਇਆ। ਉਹਦੀ ਫੌਜ ਰਸਤੇ ਵਿੱਚ ਆਪਸ ਵਿੱਚ ਲੜ ਕੇ ਹੀ ਸੁਲਭੀ ਖਾਂ ਨੂੰ ਮਾਰ ਦਿੱਤਾ ਤਨਖਾਹ ਪਿੱਛੇ। ਫਿਰ ਸੁਲਹੀ ਖਾਂ ਨੂੰ ਲੈ ਆਇਆ ਪ੍ਰਿਥੀ ਚੰਦ ਹੇਰਾਂ ਆਪਣੇ ਪਿੰਡ। ਸ਼ਾਮ ਨੂੰ ਆਪਣੇ ਭੱਠੇ ਦਿਖਾਉਣ ਲੈ ਗਿਆ ਸਹੁਰਿਆਂ ਦੇ, ਵੀ ਮੇਰੇ ਸਹੁਰਿਆਂ ਦੇ ਭੱਠੇ ਚੱਲਦੇ ਐ। ਇਤਿਹਾਸ ਲਿਖਦਾ ਕਿ ਘੋੜਾ ਤਰਬਕਿਆ ਸੁਲਹੀ ਖਾਂ ਦਾ ਤੇ ਬਲਦੇ ਭੱਠੇ ਕੋਲਿਆਂ ਦੇ ਵਿੱਚ ਚਲਿਆ ਗਿਆ ਤੇ ਸੁਲਹੀ ਖਾਂ ਪੂਰਾ ਹੋ ਗਿਆ। ਸਤਿਗੁਰ ਪਾਤਸ਼ਾਹ ਕਹਿੰਦੇ ਸੁਲਹੀ ਮੂਆ ਹੋਏ ਨਾ ਪਾਕ, ਮਰ ਗਿਆ ਨਾ ਪਾਕ ਹੋ ਕੇ, ਨਾ ਪਵਿੱਤਰ ਹੋ ਕੇ। ਸਾਧ ਸੰਗਤ ਘਰ ਤੋਂ ਈਰਖਾ ਆਰੰਭ ਹੋਈ। ਆ ਜਾਓ ਫਿਰ ਰਿਸ਼ਤੇ ਦੀ ਗੱਲ ਕਰੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਵਾਸਤੇ ਚੰਦੂ ਦੀ ਬੇਟੀ ਦਾ ਰਿਸ਼ਤਾ ਜਿਹੜੇ ਪ੍ਰੋਹਤ ਸੀ ਉਹ ਲੈ ਕੇ ਆਏ। ਸਤਿਗੁਰਾਂ ਨੇ ਹਾਮੀ ਭਰ ਦਿੱਤੀ। ਉਧਰ ਜਦੋਂ ਚੰਦੂ ਨੂੰ ਪਤਾ ਲੱਗਿਆ, ਉਹਨੇ ਆਖਿਆ ਪ੍ਰੋਹਤ ਜੀ, ਪੰਡਤ ਜੀ ਤੁਸੀਂ ਬੜਾ ਮਾੜਾ ਕੰਮ ਕਰਿਆ ਏ। ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ। ਮੋਰੀ ਦਾ ਅਰਥ ਹੁੰਦਾ ਨਾਲੀ, ਗੰਦੀ ਥਾਂ, ਔਰ ਚੁਬਾਰਾ ਉੱਚੀ ਥਾਂ। ਆਖਿਆ ਅਸੀਂ ਇੰਨੇ ਉੱਚੇ ਖਾਨਦਾਨ ਵਾਲੇ ਤੇ ਉਹ ਘਰ ਹੈ ਜਿਹਦੇ ਪਿਤਾ ਪੁਰਖ ਜਿਹੜੇ ਸੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ। ਗਰੀਬੜਾਂ ਦੇ ਘਰ ਤੋਂ ਮੇਰਾ ਰਿਸ਼ਤਾ ਕਰਿਆ ਹੈ, ਗਲਤ ਕੰਮ ਕੀਤਾ। ਦਿੱਲੀ ਦੀ ਸੰਗਤ ਨੂੰ ਪਤਾ ਲੱਗ ਗਿਆ ਇਹ ਬਚਨ। ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੇਨਤੀ ਹੈ ਕਿ ਇਹ ਰਿਸ਼ਤਾ ਪ੍ਰਵਾਨ ਨਾ ਕਰਿਓ। ਉਹ ਗੁਰੂ ਘਰ ਨੂੰ ਮੋਰੀ ਆਖ ਰਿਹਾ ਹੈ, ਗੰਦੀ ਨਾਲੀ ਆਖ ਰਿਹਾ ਹੈ, ਇਹ ਰਿਸ਼ਤਾ ਪ੍ਰਵਾਨ ਨਾ ਕਰਿਓ। ਸੰਗਤ ਦਾ ਹੁਕਮ
ਸਿਰ ਮੱਥੇ ਤੇ ਮੰਨਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਤੇ ਚੰਦੂ ਦੇ ਅੰਦਰ ਫਿਰ ਅੱਗ ਬਲ ਗਈ, ਭਾਂਬੜ ਬਲ ਗਏ ਕਿ ਮੈਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ, ਬਦਲਾ ਲੈਣਾ। ਹੁਣ ਸਮੇਂ ਦੀ ਤਲਾਸ਼ ਹੈ ਕਿ ਬਦਲਾ ਕਿਵੇਂ ਲਿਆ ਜਾਵੇ। ਇੱਧਰ ਆ ਜਾਓ, ਸਿਆਸਤ। ਜਹਾਂਗੀਰ ਆਪਣੀ ਕਿਤਾਬ ਉਹਦੀ ਜਹਾਂਗੀਰੀ ਦੀ ਪੁਸਤਕ ਹੈ ਸਾਧ ਸੰਗਤ, ਮੇਰਾ ਨਾਮ ਵਿਸਰ ਗਿਆ ਉਹਦਾ। ਆਪਣੀ ਪੁਸਤਕ ਵਿੱਚ ਉਹ ਲਿਖਦਾ ਹੈ ਕਿ ਪਿਛਲੀਆਂ 5 ਪੀੜ੍ਹੀਆਂ ਤੋਂ ਜੋ ਹਿੰਦੂਆਂ ਨੇ ਇਹ ਧਰਮ ਦੇ ਨਾਂ ਤੇ ਦੁਕਾਨਦਾਰੀ ਖੋਲੀ ਹੋਈ ਹੈ, ਮੈਂ ਇਸ ਨੂੰ ਬੰਦ ਕਰਾਉਣਾ। ਤੋਜ ਕੇ ਜਹਾਂਗੀਰੀ, ਉਹਦਾ ਨਾਮ ਹੈ ਤੋਜ ਕੇ ਜਹਾਂਗੀਰੀ। ਉਹਦੇ ਵਿੱਚ ਲਿਖਿਆ ਇਹ ਦੁਕਾਨ ਮੈਨੂੰ ਪਸੰਦ ਨਹੀਂ ਹੈ, ਮੈਂ ਇਹਨੂੰ ਬੰਦ ਕਰਾਉਣਾ। ਸਾਧ ਸੰਗਤ, ਜਹਾਂਗੀਰ ਦਾ ਪੁੱਤਰ ਖੁਸਰੋ ਜਿਹੜਾ ਬਗਾਵਤ ਕੀਤੀ, ਆਪਣੇ ਪਿਤਾ ਦੇ ਖਿਲਾਫ ਕੀ ਬਗਾਵਤ ਕੀਤੀ ਜੀ? ਜਹਾਂਗੀਰ ਸ਼ਰਾਬੀ ਸੀ, ਅਯਾਸ਼ ਸੀ। ਉਹਦੀ ਪਤਨੀ ਦਾ ਨਾਂ ਸੀ ਨੂਰ ਜਹਾਂ। ਆਪ ਨਹੀਂ ਸੀ ਰਾਜ ਕਰਦਾ, ਨੂਰ ਜਹਾਂ ਪ੍ਰਬੰਧ ਸਾਂਭਦੀ ਸੀ ਸਾਰੇ ਰਾਜ ਦਾ। ਤੇ ਖੁਸਰੋ ਨੇ ਆਖਿਆ, ਪਿਤਾ ਜੀ, ਮਾਤਾ ਜੀ ਤੋਂ ਰਾਜ ਪ੍ਰਬੰਧ ਸਾਂਭਿਆ ਨਹੀਂ ਜਾਂਦਾ, ਮੇਰੀ ਮਾਂ ਤੋਂ ਰਾਜ ਪ੍ਰਬੰਧ ਨਹੀਂ ਸਾਂਭਿਆ ਜਾਂਦਾ, ਤੁਸੀਂ ਰਾਜ ਦੀ ਬਾਗਡੋਰ ਮੈਨੂੰ ਪਕੜਾ ਦਿਓ, ਮੈਂ ਰਾਜ ਸੱਤਾ ਵਿੱਚ ਬੈਠਾਂਗਾ ਤੇ ਰਾਜ ਚਲਾਵਾਂਗਾ। ਪਿਤਾ ਨੇ ਆਖਿਆ ਤੂੰ ਬਗਾਵਤ ਕਰਦਾ ਹੈ। ਉਹਨੇ ਫੌਜੀਆਂ ਨੂੰ ਆਖਿਆ ਖੁਸਰੋ ਨੂੰ ਪਕੜ ਲਓ। ਖੁਸਰੋ ਨੂੰ ਪਤਾ ਸੀ ਕਿ ਜੇ ਪਕੜਨਾ ਚਾਹਿਆ ਤੇ ਉਹਨੇ ਪਹਿਲਾਂ ਹੀ ਘੋੜੇ ਤਿਆਰ ਕੀਤੇ ਸੀ, ਸਵਾਰ ਤਿਆਰ ਕੀਤੇ ਸੀ। ਭੱਜਿਆ, ਘੋੜੇ ਤੇ ਸਵਾਰ ਹੋ ਕੇ ਨਾਲ 40 ਬੰਦੇ ਤੇ ਭੱਜ ਗਿਆ, ਬਾਹਰ ਲਾਹੌਰ ਵੱਲ ਨੂੰ ਆ ਗਿਆ। ਸਾਧ ਸੰਗਤ, ਸਿਆਸਤ ਦੇ ਵਿੱਚ ਔਰ ਸਿਆਸਤ ਸੱਸੇ ਤੋਂ ਤੇ ਸੱਚ ਵੀ ਸੱਚੇ ਤੋਂ ਹੈ। ਸੁਣਿਆ ਪੁਆਇੰਟ, ਸੁਣਿਆ ਜਰਾ। ਇੱਕ ਸਤਾ ਤੇ ਇੱਕ ਸੱਚ, ਇੱਕ ਸਤਾ ਤੇ ਇੱਕ ਸੱਚ। ਜਿਹੜੀ ਸਤਾ ਹੈ ਉਹ ਕਿਸੇ ਨੂੰ ਹਰਾ ਕੇ ਪ੍ਰਾਪਤ ਕੀਤੀ ਜਾਂਦੀ ਹੈ। ਜਿਹੜੀ ਸਤਾ ਹੈ ਨਾ, ਉਹ ਦੂਜੀ ਪਾਰਟੀ ਨੂੰ ਹਰਾ ਕੇ ਫਿਰ ਪਹਿਲੀ ਪਾਰਟੀ ਸਤਾ ਵਿੱਚ ਆ ਜਾਂਦੀ ਹੈ, ਦੂਸਰੇ ਨੂੰ ਹਰਾ ਕੇ ਸਤਾ ਪ੍ਰਾਪਤ ਕੀਤੀ ਜਾਂਦੀ ਹੈ। ਪਰ ਜਿਹੜਾ ਸੱਚ ਹੈ ਉਹ ਆਪਣੇ ਆਪ ਨੂੰ ਹਰਾ ਕੇ ਸੱਚ ਪ੍ਰਾਪਤ ਕੀਤਾ ਜਾਂਦਾ ਹੈ। ਆਪਣੇ ਮਨ ਨੂੰ ਹਰਾ ਕੇ, ਆਪਣੇ ਹਉਮੈ ਨੂੰ ਹਰਾ ਕੇ ਫਿਰ ਸੱਚ ਪ੍ਰਾਪਤ ਕੀਤਾ ਜਾਂਦਾ ਹੈ। ਜਿਹੜੀ ਸਤਾ 4 ਗੁਣਾਂ ਤੇ ਖੜੀ ਹੈ। ਸਾਧ ਸੰਗਤ, ਸਤਾ ਦੇ 4 ਗੁਣ ਨੇ ਕਿ ਸ਼ਾਮ, ਦਾਮ, ਦੰਡ, ਭੇਦ। ਸ਼ਾਮ, ਦਾਮ, ਦੰਡ, ਭੇਦ, ਸਤਾ ਦੇ 4 ਨਿਯਮ ਨੇ। ਜਿਹਨੇ ਸਤਾ ਵਿੱਚ ਆਉਣਾ ਨਾ, ਉਹ ਦੇਖਦਾ ਵੀ ਸਾਹਮਣੇ ਵਾਲਾ ਮੇਰੇ ਤੇ ਅਟੈਕ ਕਰ ਰਿਹਾ ਹੈ। ਪਹਿਲਾ ਨਿਯਮ ਵਰਤਦਾ ਸ਼ਾਮ ਦਾ। ਸ਼ਾਮ ਕੀ ਹੈ? ਜਾ ਕੇ ਪੈਰਾਂ ਵਿੱਚ ਗਿਰ ਜਾਣਾ, ਉਹਦੇ ਕਦਮਾਂ ਨੂੰ ਰੋਕਣਾ। ਇਹ ਝੂਠ ਦਾ ਸਹਾਰਾ ਲਿਆ, ਅੰਦਰੋਂ ਕੁਝ ਹੋਰ ਹੈ ਸਤਾ, ਬਾਹਰੋਂ ਕੁਝ ਹੋਰ ਹੈ। ਸਿਰਫ ਉਹਦਾ ਹਮਲਾ ਰੋਕਣ ਵਾਸਤੇ ਉਹਦੇ ਪੈਰਾਂ ਵਿੱਚ ਗਿਰਿਆ ਤੇ ਮਾਫੀ ਮੰਗ ਲਈ ਵੀ ਤੂੰ ਮੇਰੇ ਤੇ ਹਮਲਾ ਨਾ ਕਰ। ਜੇ ਉਹ ਰੁਕ ਗਿਆ ਤਾਂ ਠੀਕ, ਨਹੀਂ ਰੁਕਿਆ ਫਿਰ ਦੂਜਾ ਕੀ ਵਰਤਣਾ? ਦਾਮ। ਦੂਜਾ ਨਿਯਮ ਵਰਤ ਲਿਆ, ਪੈਸੇ ਨਾਲ ਖਰੀਦ ਲੈਣਾ ਕਿਸੇ ਨੂੰ। ਔਰ ਸਚਾਈ ਇਹ ਹੈ ਕਿ ਇਸ ਧਰਤੀ ਤੇ ਸਭ ਕੁਝ ਵਿਕਾਊ ਹੈ। ਸਾਧ ਸੰਗਤ, ਸਭ ਕੁਝ ਵਿਕਾਊ ਹੈ। ਇੱਥੇ ਔਰਤਾਂ ਦੀ ਮੰਡੀ ਲੱਗਦੀ ਰਹੀ, ਔਰਤਾਂ ਵਿਕਾਊ ਹੁੰਦੀਆਂ ਰਹੀਆਂ, ਵਿਕਦੀਆਂ, ਅੱਜ ਵੀ ਵਿਕਦੀਆਂ ਨੇ। ਇੱਥੇ ਮਰਦ ਵੀ ਵਿਕਦੇ ਨੇ, ਨੌਕਰਾਂ ਦੀ ਮੰਡੀ ਲੱਗਦੀ ਹੈ, ਮਰਦ ਵੀ ਵਿਕਦੇ ਨੇ। ਇੱਥੇ ਬੰਦੇ ਦਾ ਈਮਾਨ ਵੀ ਵਿਕ ਜਾਂਦਾ ਹੈ। ਇੱਥੇ ਬੰਦਾ ਆਪਣੀ ਕੌਮ ਨੂੰ ਵੀ ਵੇਚ ਦਿੰਦਾ ਹੈ। ਇੱਥੇ ਖਰੀਦਦਾਰ ਚਾਹੀਦਾ, ਖਰੀਦਦਾਰ ਚਾਹੀਦਾ। ਸਭ ਕੁਝ ਵਿਕਦਾ। ਅਗਰ ਵਿਕਦਾ ਨਹੀਂ ਤੇ ਸਾਧ ਸੰਗਤ ਸੱਚ ਨਹੀਂ ਵਿਕਦਾ, ਸੱਚ ਨਹੀਂ ਵਿਕਦਾ। ਦਾਮ ਦੇ ਕੇ ਰੋਕ ਲਿਆ, ਦਾਮ ਨਾਲ ਨਾ ਰੁਕਿਆ, ਸ਼ਾਮ ਨਾਲ ਨਾ ਰੁਕਿਆ, ਫਿਰ ਦੰਡ, ਫਿਰ ਸਜ਼ਾ। ਮਾਰੋ, ਕੱਟੋ, ਵੱਢੋ, ਸਜ਼ਾ ਦਿਓ ਤੇ ਰਾਜ ਹਾਸਲ ਕਰ ਲਓ। ਇਹ 4
ਗੁਣਾ ਤੇ ਖੜੀ ਹੈ ਸਤਾ, ਔਰ ਜਿਹੜਾ ਧਰਮ ਹੈ ਉਹ ਕੇਵਲ 2 ਗੁਣਾ ਤੇ ਖੜਾ ਹੈ। ਕਿਹੜੇ ਕਿਹੜੇ ਨੇ ਜੀ? ਇੱਕ ਦਇਆ ਤੇ ਇੱਕ ਸੰਤੋਖ। ਇੱਕ ਦਇਆ ਤੇ ਇੱਕ ਸੰਤੋਖ। ਦਇਆ ਦੂਜੇ ਤੇ ਕਰਨੀ ਤੇ ਆਪ ਸੰਤੋਖੀ ਰਹਿਣਾ। ਜਿੰਨਾ ਪਰਮੇਸ਼ਰ ਤੂੰ ਦਿੱਤਾ ਓਨਾ ਹੀ ਬਹੁਤ ਹੈ। ਲਾਲਚ ਨਹੀਂ ਕਰਨਾ, ਤ੍ਰਿਸ਼ਨਾ ਨਹੀਂ ਕਰਨੀ। ਭਰਤਰੀ ਨੇ ਗ੍ਰੰਥ ਲਿਖਿਆ, ਉਹਦੇ ਵਿੱਚ ਲਿਖਿਆ ਤ੍ਰਿਸ਼ਨਾ ਨਾ ਜੀਰੰਗ ਬਈ ਮੇ ਜੀਰੰਗ। ਕਹਿੰਦਾ ਤ੍ਰਿਸ਼ਨਾ ਨਹੀਂ ਬੁਝਦੀ, ਇਹ ਵੱਧਦੀ ਓ ਚਲੀ ਜਾਂਦੀ ਹੈ, ਵੱਧਦੀ ਚਲੀ ਜਾਂਦੀ ਹੈ। ਜਿੰਨਾ ਇਹਨੂੰ ਵਧਾਓ, ਅੱਗ ਦੇ ਵਿੱਚ ਲੱਕੜਾਂ ਪਾਓ, ਅੱਗ ਸ਼ਾਂਤ ਥੋੜੀ ਹੋ ਜਾਊਗੀ, ਵੱਧਦੀ ਚਲੀ ਜਾਂਦੀ ਹੈ। ਮਨੁੱਖ ਵਿੱਚ ਤ੍ਰਿਸ਼ਨਾ ਸੰਤੋਖ ਨਹੀਂ ਹੈ। ਧਰਮ ਦਇਆ ਤੇ ਸੰਤੋਖ ਤੇ ਖੜਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਦਇਆ ਤੇ ਸੰਤੋਖ ਆਪਣੇ ਵਿੱਚ ਰੱਖਣਾ, ਦਇਆ ਦੂਜੇ ਤੇ ਕਰਨੀ, ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ, ਧਰਮੀ ਹੋ ਜਾਂਦਾ ਹੈ। ਹੁਣ ਹੋਰ ਸੁਣ ਲਓ ਥੋੜਾ ਜਿਹਾ। ਕੇਵਲ ਗੁਰਦੁਆਰੇ ਆਉਣਾ ਧਰਮ ਨਹੀਂ ਕਹਾਉਂਦਾ। ਇਹ ਨਹੀਂ ਵੀ ਅਸੀਂ ਧਰਮੀ ਹੋ ਗਏ। ਰੋਜ਼ ਜੀ ਅਸੀਂ ਤਾਂ ਗੁਰਦੁਆਰੇ ਜਾਂਦੇ ਆ, ਕਥਾ ਵੀ ਸੁਣਦੇ ਆ, ਕੀਰਤਨ ਵੀ ਸੁਣਦੇ ਆ, ਕੋਈ ਧਰਮੀ ਨਹੀਂ ਹੋਏ। ਜਦ ਤੱਕ ਧਰਮ ਕਮਾਇਆ ਨਹੀਂ ਨਾ ਜਾਂਦਾ, ਧਰਮ ਦੇ ਗੁਣ ਧਾਰਨ ਕੀਤੇ ਨਹੀਂ ਜਾਂਦੇ, ਜਦ ਤੱਕ ਧਰਮੀ ਨਹੀਂ ਹੋਇਆ ਜਾਂਦਾ। ਦਇਆ ਹੋਣੀ ਜ਼ਰੂਰੀ ਹੈ। ਔਰ ਦਇਆ ਤਾਂ ਸਕੇ ਭਰਾ ਲਈ ਨਹੀਂ ਅਸੀਂ ਕਰਦੇ। ਅਸੀਂ ਤਾਂ ਆਪਣੀ ਭੈਣ ਦਾ ਵੀ ਪ੍ਰਾਪਰਟੀ ਦਾ ਹਿੱਸਾ ਮਾਰਨ ਨੂੰ ਫਿਰਦੇ ਆ, ਭੈਣ ਭਰਾਵਾਂ ਦਾ ਹਿੱਸਾ ਮਾਰ ਲੈਂਦੀ ਹੈ। ਇੱਥੇ ਕਿਸੇ ਵਿੱਚ ਕੋਈ ਦਇਆ ਨਹੀਂ। ਸਾਧ ਸੰਗਤ ਇੱਧਰ ਆ ਜਾਓ। ਆਪਣੇ ਜਿੱਥੇ ਆਪਾਂ ਚੱਲ ਰਹੇ ਸੀ ਇਤਿਹਾਸ ਤੇ, ਗੁਰੂ ਅਰਜਨ ਦੇਵ ਪਾਤਸ਼ਾਹ ਜਹਾਂਗੀਰ ਲਿਖਦਾ ਕਿ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ। ਹੁਣ ਇਹਦੇ ਕਾਰਨ ਬਣ ਗਏ। ਪਹਿਲਾ ਤੇ ਬਣ ਗਿਆ ਪ੍ਰਿਥੀ ਚੰਦ ਦੀ ਈਰਖਾ, ਫਿਰ ਚੰਦੂ ਦਾ ਰਿਸ਼ਤਾ, ਤੀਜਾ ਜਹਾਂਗੀਰ ਖੁਦ ਚਾਹ ਰਿਹਾ ਕਿ ਮੈਂ ਇਸ ਦੁਕਾਨ ਨੂੰ ਬੰਦ ਕਰ ਦੇਵਾਂ। ਇੱਕ ਕਾਰਨ ਬਣ ਗਿਆ ਖੁਸਰੋ ਦੀ ਬਗਾਵਤ। ਖੁਸਰੋ ਆਇਆ, ਰਾਤ ਦੇ ਸਮੇਂ ਆਇਆ, ਰਾਤ ਦੇ ਸਮੇਂ ਆਇਆ, ਆ ਕੇ ਬੇਨਤੀ ਕੀਤੀ ਅਸੀਂ 40 ਮੈਂਬਰਾਂ, ਸਾਨੂੰ ਲੰਗਰ ਵੀ ਚਾਹੀਦਾ। ਸਤਿਗੁਰਾਂ ਆਖਿਆ ਲੰਗਰ 24 ਘੰਟੇ ਖਾਓ, ਛਕੋ, ਬੈਠੋ। ਲੰਗਰ ਛਕਿਆ, ਆਰਾਮ ਕੀਤਾ, ਚਲਿਆ ਗਿਆ। ਇਹਦੇ ਪਿੱਛੇ ਲੱਗਿਆ ਹੋਇਆ ਮੁਰਤਜ਼ਾ ਖਾਨ। ਮੁਰਤਜ਼ਾ ਖਾਨ ਜਹਾਂਗੀਰ ਦਾ ਸਿਪੇ ਸਲਾਰ ਹੈ, ਜਿਹਨੇ ਜਹਾਂਗੀਰ ਨੂੰ ਗੱਦੀ ਦਵਾਈ ਹੈ, ਗੱਦੀ ਦਾ ਵਾਰਸ ਬਣਾਇਆ ਜਹਾਂਗੀਰ ਨੂੰ ਮੁਰਤਜ਼ਾ ਖਾਨ। ਤੇ ਇੱਧਰ ਅਹਿਮਦ ਸ਼ਾਹ ਸਰਹੰਦੀ, ਉਹਨੇ ਰਲ ਕੇ ਬਣਾਇਆ ਇਹਨਾਂ ਨੂੰ। ਜਹਾਂਗੀਰ ਨੂੰ ਗੱਦੀ ਤੇ ਬਿਠਾਇਆ ਔਰ ਇੱਕ ਬਚਨ ਲੈ ਕੇ। ਕੀ ਬਚਨ ਲਿਆ? ਜਹਾਂਗੀਰ ਤੈਨੂੰ ਗੱਦੀ ਮਿਲੂਗੀ, ਪਰ ਇੱਕ ਐਲਾਨ ਕਰ ਦੇ ਕਿ ਮੈਂ ਗੱਦੀ ਤੇ ਬੈਠ ਕੇ ਮੁਸਲਮਾਨ ਧਰਮ ਨੂੰ ਬਹੁਤ ਜ਼ਿਆਦਾ ਫੈਲਾਊਂਗਾ, ਮੈਂ ਧਰਮ ਲਈ ਕੰਮ ਕਰੂੰਗਾ, ਮੁਸਲਮਾਨ ਧਰਮ ਲਈ ਕੰਮ ਕਰੂੰਗਾ। ਇਹਨੇ ਐਲਾਨ ਕਰ ਦਿੱਤਾ ਮੈਂ ਗੱਦੀ ਤੇ ਬੈਠੂੰਗਾ ਤੇ ਮੁਸਲਮਾਨ ਧਰਮ ਲਈ ਕੰਮ ਕਰਾਂਗਾ। ਮੁਰਤਜ਼ਾ ਖਾਨ ਪਿੱਛੇ ਲੱਗਿਆ ਖੁਸਰੋ ਦੇ, ਤੇ ਜਿੱਥੇ ਜਿੱਥੇ ਖੁਸਰੋ ਰੁਕਦਾ ਗਿਆ ਉੱਥੇ ਉਹ ਸਜ਼ਾਵਾਂ ਦਿੰਦਾ ਗਿਆ। ਔਰ ਇਹਦੇ ਪਿੱਛੇ ਜਹਾਂਗੀਰ ਆ ਰਿਹਾ ਹੈ ਫੌਜ ਲੈ ਕੇ, ਆਪਣੇ ਪੁੱਤਰ ਦੀ ਬਗਾਵਤ ਨੂੰ ਕੁਚਲਣ ਵਾਸਤੇ। ਹੁਣ ਮੁਰਤਜ਼ਾ ਖਾਨ ਦੱਸੀ ਜਾ ਰਿਹਾ ਜਹਾਂਗੀਰ ਨੂੰ ਕਿ ਇੱਥੇ ਇੱਥੇ ਖੁਸਰੋ ਰੁਕਿਆ ਤੇ ਤੁਸੀਂ ਸਜ਼ਾ ਦਿਓ। ਜਾ ਕੇ ਲਾਹੌਰ ਖੁਸਰੋ ਨੂੰ ਪਕੜ ਲਿਆ ਗਿਆ। ਜਹਾਂਗੀਰ ਵੀ ਪਹੁੰਚ ਗਿਆ। ਦੇਖੋ ਕਿੰਨੀ ਕਰੂਰਤ ਹੈ ਸਾਧ ਸੰਗਤ। ਜਹਾਂਗੀਰ ਨੇ ਆਪਣੇ ਪੁੱਤਰ ਦੀਆਂ ਅੱਖਾਂ ਦੀਆਂ ਪਲਕਾਂ ਉੱਪਰ ਕਰਕੇ ਵਿੱਚ ਜ਼ਹਿਰ ਭਰ ਕੇ ਅੱਖਾਂ ਸਿਉਂ ਦਿੱਤੀਆਂ, ਅੱਖਾਂ ਸਿਉਂ ਦਿੱਤੀਆਂ। ਉਹ ਤੜਪ ਤੜਪ ਕੇ ਕਈ ਮਹੀਨਿਆਂ ਬਾਅਦ ਮਰਦਾ ਸਾਧ ਸੰਗਤ। ਇੱਧਰ ਅਹਿਮਦ ਸ਼ਾਹ ਸਰਹੰਦੀ, ਉਹਨੇ ਆਖਿਆ ਜਹਾਂਗੀਰ ਤੇਰੇ ਕੋਲ ਹੁਣ ਮੌਕਾ ਹੈ, ਤੇਰੇ ਕੋਲ ਮੌਕਾ ਹੈ, ਤੂੰ ਕਹਿ ਸਕਦਾ ਗੁਰੂ ਅਰਜਨ ਨੇ ਮੇਰੇ ਪੁੱਤਰ ਨੂੰ ਪਨਾਹ ਦਿੱਤੀ ਹੈ ਤੇ ਗ੍ਰਿਫਤਾਰ ਕਰ ਲੈ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੱਦਾ ਆ ਗਿਆ ਸਾਧ ਸੰਗਤ ਗ੍ਰਿਫਤਾਰੀ ਦਾ। ਆਪਾਂ ਨੇੜੇ ਲੈ ਆਈਏ ਕਿ ਸਮਾਂ ਬਹੁਤ ਨੇੜੇ ਲੱਗ ਗਿਆ।
गुरु अर्जन देव पातशाह जी नूं गिरफ्तारी दा सद्दा आ गया। गुरु अर्जन देव पातशाह भी जानते ने कि इस बार मैं लाहौर जाना ते वापस नहीं आना। सतगुरां ने बाबा बुढ़ा जी द्वारा 5 पैसे ते नरेल गुरु हरगोबिंद साहब वास्ते भेज दिता, गुरगद्दी दे तिलक वास्ते। इधर गिरफ्तार करके लाहौर लियाते गए। गुरु अर्जन देव पातशाह चंदू दे हवाले कर दिता गया। मुर्तजा खान ने गुरु अर्जन देव पातशाह नूं एक बारी आखो, धन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी। फिर पढ़ लो, तेरा किया मीठा लागे, तेरा किया मीठा लागे, तेरा किया मीठा लागे, तेरा किया मीठा लागे। चंदू दी हवेली विच 5 दिन गुरु अर्जन देव पातशाह नूं रखिया गया। पहले दिन कोई पानी नहीं, कोई रोटी नहीं, केवल भुखे रखिया गया। इतिहासकारां दियां वखरियां वखरियां राय ने, जिहड़ी सांझी जी गल है मैं वो करन लग्या। दूसरे दिन भी भुखे और प्यासे रखिया गया। तीसरे दिन गुरु अर्जन देव पातशाह नूं उबलदे पानी विच देगे विच बिठा के पूरा दिन उबालिया गया। पूरा दिन उबालिया गया। सारे शरीर ते छाले पै गए, छालियां विच पानी भर गया। पर सतगुरां ने बचन ओही कीता, तेरा किया मीठा। पृथ्वी चंद ने भी जोर लाया, चंदू ने भी जोर लाया, जहांगीर ने भी जोर लाया। गुरु अर्जन देव पातशाह कहंदे ना, अकाल पुरख दी जोर अजै तुसी ओ करो, मैं अपना धर्म नहीं त्यागना, मैं तुहाडी गल नहीं मननी। एक सजा दिती साध संगत, आख्या 2.5 लाख रुपया जमा करा दो, असी तुहानू छड्ड देवांगे। सतगुर पातशाह कहंदे मेरे कोल तां चवानी भी नहीं है, मेरी अपनी कमाई दी मेरे कोल चवानी नहीं है, ये संगत दा पैसा है, संगत दा पैसा ऐदां नहीं दिता जांदा। सतगुरां ने दिता नहीं साध संगत। ये तीसरा दिन सी, गुरु साहब नूं पानी विच उबाल दिता गया। रात नूं कढ़िया गया बाहर, बड़े बड़े छाले फिसन लग पे। जदों छाले फिसे, अगले दिन गर्म रेत दे उपर रोलिया गया। गर्म रेत दे उपर एक बारी आखो सतनाम, फिर आखो सतनाम श्री। छाले फिसे हुए ने, जख्म होए ने, गर्म रेत उपर सिटी जा रही है और किदां दी तकलीफ होवेगी। सतगुर पातशाह फिर कहंदे ने, तेरा किया मीठा लागे। नहीं सड़दे, नहीं सड़दे। अंदर किसे प्रति ईरखा नहीं रखी, द्वेष नहीं रखी, कोई ये नहीं रखिया कि मैं बदला लवांगा, ये भी नहीं रखिया। जो हो रहा है सो हो रहा है, जो होआ होवत सो जाने। सुनो प्रेम नाल पंजवें पातशाह दी बाणी, जो होआ होवत सो जाने। जेड़ा इत्थे आ जावे ना, इत्थे खड़ जावे भी जो होआ ते मैं उहनूं जान रहा, जो तू कर रहा बस ठीक कर रहा। मैं इन्ना मन लिया, मैं इन्ना जान लिया कि जो तू कर रहा वो ठीक कर रहा है। सतगुर पातशाह कहंदे इत उत कीओ सोझी जा। ਉਹਨੂੰ ਦੋਹਾਂ ਜਹਾਨਾਂ ਦੀ ਸੋਝੀ ਆ ਜਾਂਦੀ ਹੈ ਜਿਹੜਾ ਇੰਨੀ ਗੱਲ ਨੂੰ ਪਕਾ ਲਵੇ ਕਿ ਜੋ ਹੋਆ ਹੋਵਤ ਸੋ ਜਾਣੇ। ਜਿਹੜਾ ਕੁਝ ਤੂੰ ਕਰ ਰਿਹਾ ਵਧੀਆ ਕਰ ਰਿਹਾ। ਰਾਤ ਨਿਕਲੀ, ਅਗਲੇ ਦਿਨ ਚੌਥਾ ਦਿਨ ਆ ਗਿਆ, ਤਵੀ ਗਰਮ ਕੀਤੀ ਗਈ। ਇਹ ਯਾਸਾ ਦਾ ਇੱਕ ਕਾਨੂੰਨ ਹੈ कि अगर पैगंबर नूं मारना ते ओदी बूंद खून दी थल्ले नहीं गिरनी चाहिए।
ਇਹ ਯਾਸਾ ਦਾ ਇੱਕ ਨਿਯਮ ਹੈ ਸਾਧ ਸੰਗਤ, ਮੁਸਲਮਾਨੀ ਸ਼ਰ੍ਹਾ ਵਿੱਚ ਹੀ ਹੈ। ਤੱਤੀ ਤਵੀ ਕੀਤੀ ਗਈ, ਸਾਰਿਆਂ ਨੂੰ ਪਤਾ, ਆਪਾਂ ਨੂੰ ਹੇਠਾਂ ਅੱਗ ਬਾਲੀ ਗਈ ਔਰ ਆਖਿਆ ਗਿਆ ਪਕੜ ਕੇ ਲਿਆਓ ਗੁਰੂ ਅਰਜਨ ਨੂੰ ਤੇ ਤਵੀ ਤੇ ਬਿਠਾ ਦਿਓ। ਸਤਿਗੁਰ ਪਾਤਸ਼ਾਹ ਕਹਿੰਦੇ ਪਕੜਨ ਦੀ ਲੋੜ ਨਹੀਂ ਹੈ। ਸਤਿਗੁਰੂ ਚੱਲ ਕੇ ਗਏ ਤੇ ਤਵੀ ਤੇ ਚੌਂਕੜਾ ਮਾਰ ਕੇ ਬੈਠ ਗਏ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਪੂਰਾ ਦਿਨ ਤਵੀ ਤੇ ਬਿਠਾਏ ਗਏ ਔਰ ਫਿਰ ਦੇਖਿਆ ਦੁਪਹਿਰ ਤੱਕ ਕਿ ਕੁਝ ਨਹੀਂ ਬਣਦਾ, ਨਹੀਂ ਮੰਨਦੇ, ਇਹਨਾਂ ਤੇ ਅਸਰ ਨਹੀਂ ਹੋ ਰਿਹਾ। ਸਾਈਂ ਮੀਆਂ ਮੀਰ ਵੀ ਆਇਆ ਇਸੇ ਦਰਮਿਆਨ, ਉਹਨੇ ਵੀ ਆ ਕੇ ਆਖਿਆ ਸਤਿਗੁਰੂ ਤੁਸੀਂ ਇੱਕ ਵਾਰੀ ਹੁਕਮ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦੂੰਗਾ। ਸਤਿਗੁਰ ਪਾਤਸ਼ਾਹ ਕਹਿੰਦੇ ਸਾਈਂ ਜੀ ਇਹ ਤਾਕਤ ਕਿੱਥੋਂ ਲਈ ਹੈ? ਕਹਿੰਦੇ ਸਤਿਗੁਰੂ ਤੁਹਾਡੇ ਕੋਲੋਂ ਹੀ ਲਈ ਹੈ। ਕਹਿੰਦੇ ਜੇ ਤੂੰ ਮੇਰੇ ਕੋਲੋਂ ਲਈ ਹੈ ਫੇਰ ਸ਼ਾਂਤ ਰਹਿ, ਇਹ ਕੰਮ ਮੈਂ ਵੀ ਕਰ ਸਕਦਾ, ਪਰ ਨਹੀਂ, ਉਸ ਦੀ ਰਜ਼ਾ ਵਿੱਚ ਰਾਜ਼ੀ, ਉਸ ਦੀ ਰਜ਼ਾ ਵਿੱਚ ਰਾਜ਼ੀ, ਜੋ ਉਹ ਕਰੇ ਵਾਵਾ ਹੀ ਕਰ ਰਿਹਾ ਹੈ, ਚੰਗਾ ਹੀ ਕਰ ਰਿਹਾ ਹੈ। ਫਿਰ ਸਾਧ ਸੰਗਤ ਰੇਤ ਗਰਮ ਕੀਤੀ ਗਈ ਔਰ ਕੜਛਾ ਭਰ ਭਰ ਕੇ ਸਿਰ ਦੇ ਉੱਪਰ ਗਰਮ ਰੇਤ ਦਾ ਪਾਇਆ ਗਿਆ। ਸਾਰੇ ਸਰੀਰ ਤੋਂ ਚਰਬੀ ਉਤਰਨ ਲੱਗ ਪਈ, ਚਰਬੀ ਸੜਨ ਲੱਗ ਪਈ, ਕੇਸ ਇੱਕ ਇੱਕ ਦੋ ਦੋ ਕਰਕੇ ਟੁੱਟ ਕੇ ਗਿਰਨ ਲੱਗ ਪਏ। ਸਿਰ ਸਾਰੇ ਦਾ ਸਾਰਾ ਚਰਬੀ ਖਾਲੀ ਹੋ ਗਈ, ਸਰੀਰ ਨਾਲੋਂ ਚਰਬੀ ਲੈ ਗਈ, ਹੱਡੀਆਂ ਦਿਖਣ ਲੱਗ ਪਈਆਂ। ਉਹ ਰਾਤ ਜਿਹੜੀ ਸੀ ਨਾ ਸਾਧ ਸੰਗਤ, ਸਤਿਗੁਰ ਜਾਣਦੇ ਨੇ ਜਾਂ ਅਕਾਲ ਪੁਰਖ ਵਾਹਿਗੁਰੂ ਜਾਣਦਾ, ਜਾਂ ਉਹ ਸਿੱਖ ਜਿਹੜੇ ਨਾਲ ਗਏ ਸੀ 5 ਉਹ ਦੇਖਦੇ ਨੇ। ਤੇ ਸਤਿਗੁਰ ਪਾਤਸ਼ਾਹ ਫਿਰ ਸ਼ਾਂਤ ਬੈਠੇ ਨੇ। ਇੱਕ ਵਾਰੀ ਫਿਰ ਪੜ ਲਓ। ਤੇਰਾ ਕੀਆ ਮੀਠਾ ਜੀ, ਤੇਰਾ ਕੀਆ ਮੀਠਾ ਲਾਗੇ। ਅਕਾਲ ਪੁਰਖ ਵਾਹਿਗੁਰੂ ਜੀ ਜੋ ਤੂੰ ਕਰ ਰਿਹਾ, ਵਾਵਾ ਕਰ ਰਿਹਾ। 5ਵਾਂ ਦਿਨ ਆ ਗਿਆ, ਮਈ ਦਾ ਮਹੀਨਾ ਤੇ ਸਾਧ ਸੰਗਤ 30 ਤਰੀਕ ਸੀ ਮਈ ਦੀ। ਸਤਿਗੁਰਾਂ ਨੇ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਇੱਛਾ ਜ਼ਾਹਰ ਕੀਤੀ ਇਸ਼ਨਾਨ ਦੀ, ਪਰ ਇਸ਼ਨਾਨ ਕਿਹੜੇ ਸਰੀਰ ਦਾ ਕਰਾਉਣਾ ਬਈ? ਹੁਣ ਤਾਂ ਸਿਰਫ ਹੱਡੀਆਂ ਦਿਸਦੀਆਂ ਨੇ, ਮਾਸ ਨਹੀਂ ਬਚਿਆ। ਪੈਰਾਂ ਦੀਆਂ ਵੀ ਹੱਡੀਆਂ ਨਿਕਲ ਆਈਆਂ ਨੇ, ਚਰਬੀ ਨਹੀਂ ਬਚੀ, ਦੇਖੇ ਨਹੀਂ ਜਾ ਸਕਦੇ। ਭਾਈ ਪੁਰਾਣੇ ਤੇ ਦੂਸਰੇ ਸਿੱਖ ਦੇ ਮੋਢਿਆਂ ਤੇ ਹੱਥ ਰੱਖਿਆ ਸਤਿਗੁਰਾਂ ਨੇ ਤੇ ਰਾਵੀ ਵੱਲ ਨੂੰ ਚੱਲ ਪਏ। ਚਲੇ ਗਏ ਰਾਵੀ ਦੇ ਕਿਨਾਰੇ, ਬੈਠ ਗਏ। ਸਤਿਗੁਰਾਂ ਨੇ ਖੂਬ ਪਾਣੀ ਨਾਲ ਆਪਣਾ ਚਿਹਰਾ ਧੋਤਾ। ਬੈਠ ਕੇ ਭਾਈ ਪੁਰਾਣੇ ਨੇ ਕੱਪੜਾ ਵਿਛਾਇਆ। ਸਤਿਗੁਰਾਂ ਨੇ ਜਪਜੀ ਦਾ ਪੂਰਾ ਪਾਠ ਕੀਤਾ, ਸ਼ਲੋਕ ਪੜਿਆ ਔਰ ਸ਼ਲੋਕ ਪੜ ਕੇ ਸਤਿਗੁਰੂ ਜੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕੁਝ ਕਹਿੰਦੇ ਨੇ ਕਿ ਦਰਿਆ ਵਿੱਚ ਡੋਬ ਦਿੱਤੇ ਗਏ। ਚਲੋ ਜੋ ਵੀ ਹੈ ਇਤਿਹਾਸ, ਸਤਿਗੁਰਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ, ਸਾਡੇ ਲਈ ਪੂਰਨਾ ਪਾ ਗਏ ਕਿ ਦੁੱਖ ਆਵੇ ਸੁੱਖ ਆਵੇ, ਘੜੀ ਜਿਹੋ ਜੀ ਮਰਜ਼ੀ ਹੋਵੇ, ਸ਼ਾਂਤ ਰਹਿਣਾ ਸਿੱਖੀਏ, ਈਰਖਾ ਤੋਂ ਬਚੀਏ, ਦਵੈਸ਼ ਤੋਂ ਬਚੀਏ। ਅੱਜ ਇਹ ਨਹੀਂ ਹੈ ਕਿ ਠੰਡੀਆਂ ਛਬੀਲਾਂ ਲਾ ਲੀਆਂ, ਛੋਲੇ ਖਾ ਲਏ ਤੇ ਘਰਾਂ ਨੂੰ ਚਲੇ ਗਏ। ਨਹੀਂ, ਸਤਿਗੁਰਾਂ ਨੇ ਭਾਣਾ ਮੰਨਿਆ ਤੇ ਅਸੀਂ ਵੀ ਉਹਨਾਂ ਦੇ ਸਿੱਖਾਂ, ਅਸੀਂ ਵੀ ਭਾਣੇ ਵਿੱਚ ਆਈਏ। ਗੁਰ ਕੇ ਭਾਣੇ ਜੋ ਚੱਲੇ ਭਾਈ। ਸਤਿਗੁਰਾਂ ਦੇ ਜਿਹੜਾ ਭਾਣੇ ਵਿੱਚ ਚੱਲਦਾ ਨਾ, ਉਹਨੂੰ ਫਿਰ ਚੋਟਾਂ ਨਹੀਂ ਖਾਣੀਆਂ ਪੈਂਦੀਆਂ, ਚੋਟਾਂ ਨਹੀਂ ਖਾਣੀਆਂ ਪੈਂਦੀਆਂ। ਉਹ ਸਹਿਜ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਲੈਂਦਾ, ਸ਼ਾਂਤ ਰਹੇ। ਅਸੀਂ ਵੀ ਸ਼ਾਂਤ ਰਹਿਣ ਦਾ ਯਤਨ ਕਰੀਏ। ਕਿਵੇਂ ਰਵਾਂਗੇ? ਜਦੋਂ ਅਸੀਂ ਰਸਨਾ ਤੋਂ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਮੇਰੇ ਨਾਲ ਪੜ ਲਓ, ਫਿਰ ਸਮਾਪਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਅਰਜਨ ਦੇਵ ਸਾਹਿਬ। ਜਪਿਓ ਜਿਨ ਅਰਜਨ ਦੇਵ ਗੁਰੂ,
फिर संकट जोन गर्भ न आयो। ਸਾਰੀਆਂ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ। ਜੀਓ ਆਇਆਂ ਨੂੰ ਧੰਨਵਾਦ ਸਾਰੀਆਂ ਸੰਗਤਾਂ ਦਾ। ਦੂਸਰੀ ਬੇਨਤੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ, ਸੂਰਜ ਪ੍ਰਕਾਸ਼ ਦੀ ਕਥਾ ਹਰ ਰੋਜ਼ ਗੁਰਦੁਆਰਾ ਸਾਹਿਬ